ਅਸੀਂ ਆਪਾਂ ਹੁਣ ਗੱਲ ਕਰਦੇ ਹਾਂ ਨਵਜੋਤ ਸਿੰਘ ਸਿੱਧੂ ਦੀ, ਕਿਉਂਕਿ ਅਕਸਰ ਹੀ ਆਪਣੀ ਉਸ ਸਰਕਾਰ ਦੇ ਖਿਲਾਫ ਉਹਨਾਂ ਦੀ ਜੋ ਬਿਆਨਬਾਜ਼ੀ ਹੁੰਦੀ ਰਹਿੰਦੀ ਹੈ। ਹਾਲਾਂਕਿ ਡੈਮੋਕ੍ਰੇਸੀ ਦੇ ਵਿੱਚ ਇਹ ਗੱਲ ਜ਼ਰੂਰੀ ਵੀ ਹੈ ਕਿਧਰੇ ਨਾ ਕਿਧਰੇ, ਕਿਉਂਕਿ ਜੋ ਨਿਰੀਖਣ ਹੈ ਸਹੀ ਅਨੁਪਾਤ ਉਹ ਬਣਿਆ ਰਹਿੰਦਾ ਹੈ। ਅਤੇ ਅੱਜ ਫਿਰ ਤੋਂ ਨਵਜੋਤ ਸਿੰਘ ਸਿੱਧੂ ਨੇ ਜੋ ਰੇਤ ਮਾਫੀਆ ਨੂੰ ਲੈ ਕੇ ਆਪਣੀ ਜੋ ਉਹਨਾਂ ਨੇ ਕਾਨਫਰੰਸ ਕੀਤੀ ਹੈ, ਉਹਨਾਂ ਕਿਹਾ ਹੈ ਕਿ ਭਾਵੇਂ ਕਿ ਸਰਕਾਰ ਦੇ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੇਤਾ 5.5 ਰੁਪਏ ਸਕੁਅਰ ਫੁੱਟ ਦੇ ਹਿਸਾਬ ਤੋਂ ਵੇਚਿਆ ਜਾਵੇਗਾ, ਪਰ ਉਹਨਾਂ ਕਿਹਾ ਹੈ ਕਿ ਅਮਲੀ ਰੂਪ ਦੇ ਵਿੱਚ ਇਹ ਨਾਮੁਮਕਿਨ ਹੈ। ਇਹਦੇ ਲਈ ਜ਼ਰੂਰੀ ਹੈ ਕਿ ਸਰਕਾਰ ਖੁਦ ਇੱਕ ਕਾਰਪੋਰੇਸ਼ਨ ਬਣਾਵੇ, ਯਾਨੀ ਕਿ ਜੋ ਰੇਤ ਦਾ ਵਪਾਰ ਹੈ ਉਹ ਖੁਦ ਕਰੇ, ਤਾਂ ਹੀ ਜੋ ਲੋਕਾਂ ਨੂੰ ਹੈ ਸਹੀ ਅਤੇ ਸਸਤਾ ਰੇਤਾ ਮਿਲ ਸਕਦਾ ਹੈ। ਕਿਵੇਂ ਵੇਖਦੇ ਹੋ ਉਹਨਾਂ ਦੇ ਇਸ ਦਾਅਵੇ ਨੂੰ? ਦੇਖੋ ਜੀ, ਕਾਂਗਰਸ ਪਾਰਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਇੱਕ ਬੁਲੰਦ ਆਵਾਜ਼ ਨੇ। ਨਵਜੋਤ ਸਿੰਘ ਸਿੱਧੂ ਦੀ ਆਵਾਜ਼ ਪੰਜਾਬ ਦੇ ਦਰਦ ਚੋਂ ਨਿਕਲ ਰਹੀ ਹੈ, ਜਾਂ ਨਵਜੋਤ ਸਿੰਘ ਸਿੱਧੂ ਸਿਆਸੀ ਭਵਿੱਖ ਨੂੰ ਦੇਖਦਿਆਂ ਹੋਇਆਂ ਜਿਹੜੇ ਹੈ ਲਗਾਤਾਰ ਬਿਆਨਬਾਜ਼ੀ ਕਰ ਰਹੇ ਨੇ। ਉਹ ਨਵਜੋਤ ਸਿੰਘ ਸਿੱਧੂ ਦਾ ਕੰਸਰਨ ਹੋ ਸਕਦਾ ਹੈਗਾ, ਉਹ ਕਾਂਗਰਸ ਪਾਰਟੀ ਦਾ ਇੰਟਰਨਲ ਮੈਟਰ ਹੈ, ਉਹਨਾਂ ਦੀਆਂ ਇੱਛਾਵਾਂ ਕੀ ਨੇ। ਪਰ ਜੋ ਮੁੱਦੇ ਨਵਜੋਤ ਸਿੰਘ ਸਿੱਧੂ ਵੱਲੋਂ ਚੁੱਕੇ ਜਾਂਦੇ ਨੇ, ਉਹ ਮੁੱਦੇ ਮੇਰੀ ਨਜ਼ਰ ਦੇ ਵਿੱਚ ਪੰਜਾਬ ਦੇ ਲਈ ਸਭ ਤੋਂ ਮਹੱਤਵਪੂਰਨ ਮੁੱਦੇ ਨੇ। ਕਿਉਂਕਿ ਬੇਸ਼ੱਕ ਉਹਨਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਗੋਲੀकांड ਵਾਲਾ ਮਸਲਾ ਚੁੱਕਿਆ, ਤਾਂ ਉਹ ਵੀ ਪੰਜਾਬ ਦੇ ਲਈ ਬਹੁਤ ਮਹੱਤਵਪੂਰਨ ਮੁੱਦਾ ਗਾ, ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਗਾ, ਜਗਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਿਆ ਹੋਇਆ ਮੁੱਦਾ ਗਾ। ਇਸ ਤੋਂ ਇਲਾਵਾ ਡਰੱਗਸ ਮਸਲੇ ਦੇ ਉੱਪਰ ਜਿਹੜੀ ਉਹਨਾਂ ਨੇ ਲਗਾਤਾਰ ਗੱਲਬਾਤ ਕੀਤੀ, ਉਹ ਮੁੱਦਾ ਜਿਹੜਾ ਲਗਾਤਾਰ ਚੁੱਕਿਆ, ਤਾਂ ਉਹ ਮਸਲਾ ਵੀ ਜਿਹੜਾ ਹੈ ਪੰਜਾਬ ਦੀ ਨੌਜਵਾਨੀ ਦੇ ਨਾਲ ਜੁੜਿਆ ਹੋਇਆ ਮਸਲਾ ਗਾ ਕਿ ਪੰਜਾਬ ਦੇ ਵਿੱਚ ਪਿਛਲੇ 9-10 ਸਾਲ ਤੋਂ ਜਿਹੜਾ ਸਿੰਥੈਟਿਕ ਨਸ਼ਿਆਂ ਦਾ ਦੌਰ ਸ਼ੁਰੂ ਹੋਇਆ, ਤੇ ਉਸ ਸਿੰਥੈਟਿਕ ਨਸ਼ਿਆਂ ਦੇ ਨਾਲ ਜਿਸ ਢੰਗ ਦੇ ਨਾਲ ਪੰਜਾਬ ਦੀ ਜਵਾਨੀ ਉਹਨਾਂ ਸਿੰਥੈਟਿਕ ਨਸ਼ਿਆਂ ਦੀ ਸ਼ਿਕਾਰ ਹੋਈ ਹੈ, ਤੇ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਸਰਿੰਜਾਂ ਜਿਹੜੀਆਂ ਨੇ ਉਹ ਨੌਜਵਾਨਾਂ ਦੇ ਲੱਗੀਆਂ ਰਹਿ ਜਾਂਦੀਆਂ ਨੇ, ਲੁੱਟਮਾਰ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ, ਪੰਜਾਬ ਦੇ ਮੱਥੇ ਤੇ ਦਾਗ ਜਿਹੜਾ ਹੈ ਉਹ ਨਸ਼ਿਆਂ ਦਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਉਹ ਆਵਾਜ਼ ਉਹਨਾਂ ਨੇ ਚੁੱਕੀ, ਉਹ ਵੀ ਵਾਜਬ ਮੰਗ ਸੀਗੀ। ਤਾਂ ਇਸ ਤੋਂ ਇਲਾਵਾ ਜਿਹੜਾ ਤੀਜਾ ਸਭ ਤੋਂ ਮਹੱਤਵਪੂਰਨ ਮਸਲਾ ਰਹਿ ਜਾਂਦਾ ਹੈਗਾ, ਜਿਹੜਾ ਨਸ਼ਿਆਂ ਦਾ ਵੀ ਜੜ ਹੈ, ਹਰ ਚੀਜ਼ ਦੀ ਜੜ ਹੈ, ਉਹ ਹੈ ਬੇਰੁਜ਼ਗਾਰੀ। ਤੇ ਬੇਰੁਜ਼ਗਾਰੀ ਦੇ ਨਾਲ ਪੰਜਾਬ ਦੀ ਆਰਥਿਕ ਗਰੋਥ ਨਾ ਹੋਣਾ, ਪੰਜਾਬ ਦੇ ਆਰਥਿਕ ਸੋਮਿਆਂ ਦਾ ਸੁੰਗੜਨਾ। ਤਾਂ ਉਹਦੇ ਲਈ ਨਵਜੋਤ ਸਿੰਘ ਸਿੱਧੂ ਜਿਹੜੀ ਆਵਾਜ਼ ਉਠਾ ਰਹੇ ਨੇ, ਤਾਂ ਮੈਂ ਉਸ ਆਵਾਜ਼ ਦੇ ਨਾਲ ਸਹਿਮਤ ਹਾਂ। ਸਿੱਧੂ ਦਾ ਉਸ ਨੂੰ ਉਠਾਉਣ ਪਿੱਛੇ ਮੰਤਵ ਕੀ ਹੈ, ਉਹਦੇ ਸਿਆਸੀ ਕਾਰਨ ਨੇ, ਉਹ ਲੰਮਾ ਵਿਸ਼ਾ ਗਾ। ਪਰ ਜੇ ਆਪਾਂ ਸਿੱਧੇ ਰੂਪ ਦੇ ਵਿੱਚ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੂੰ ਆਪਣੇ ਆਰਥਿਕ ਰਿਸੋਰਸ ਵਧਾਉਣੇ ਪੈਣਗੇ, ਆਪਣੇ ਪੈਰਾਂ ਤੇ ਖੜਾ ਹੋਣਾ ਪੈਣਾ ਗਾ, ਕਰਪਸ਼ਨ ਜਿਹੜੀ ਉਹ ਖਤਮ ਕਰਨੀ ਪੈਣੀ ਹੈ, ਸਹੀ ਪਲੈਨਿੰਗ ਦੇ ਨਾਲ ਚੱਲਣਾ ਪੈਣਾ। ਕਿਉਂਕਿ ਆਪਾਂ ਅਕਸਰ ਵੀ ਪਹਿਲਾਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਸਾਰੀਆਂ ਧਿਰਾਂ ਇੱਕ ਦੂਜੇ ਤੋਂ ਅੱਗੇ ਹੋ ਕੇ ਅੱਡੀਆਂ ਚੱਕ ਕੇ ਫ੍ਰੀ ਦੇ ਐਲਾਨ ਜਿਹੜੇ ਉਹ ਕਰ ਰਹੀਆਂ ਨੇ, ਪਰ ਉਹ ਫ੍ਰੀ ਦੇ ਐਲਾਨ ਕਰਤਾ ਰਹੀਆਂ ਨੇ, ਪਰ ਕੀ ਪੰਜਾਬ ਵਰਗਾ ਸੂਬਾ ਇੰਨਾ ਕੈਪੇਬਲ ਹੈਗਾ ਕਿ ਇੰਨੀਆਂ ਸਹੂਲਤਾਂ ਲੋਕਾਂ ਨੂੰ ਦੇ ਸਕਦਾ ਹੈ? ਕੀ ਪੰਜਾਬ ਸਰਕਾਰ ਦੀ ਇੰਨੀ ਆਮਦਨ ਹੈਗੀ ਹੈ ਕਿ ਇੰਨੀਆਂ ਸਹੂਲਤਾਂ ਲਿਆ ਸਕਦੀ ਹੈ? ਕਿਉਂਕਿ ਕੋਈ ਦਿੱਲੀ ਮਾਡਲ ਦੀ ਗੱਲ ਕਰਦਾ ਹੈ, ਕੋਈ ਇਹ ਕਹਿੰਦਾ ਕਿ ਅਸੀਂ ਖੇਤਰੀ ਪਾਰਟੀਆਂ ਅਸੀਂ ਬਿਹਤਰ ਤਰੀਕੇ ਨਾਲ ਚਲਾ ਸਕਦੇ ਹਾਂ। ਪਰ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਮੰਗ ਸੀਗੀ ਪੰਜਾਬ ਮਾਡਲ ਵਾਲੀ, ਤਾਂ ਆਪਾਂ ਵੀ ਪਹਿਲਾਂ ਇਹੀ ਕਹਿੰਦੇ ਰਹੇ ਹਾਂ ਕਿ ਰੋਡ ਮੈਪ ਪੰਜਾਬ ਨੂੰ ਦੇਣ ਪਾਰਟੀਆਂ, ਸਿਰਫ ਵਾਅਦੇ ਨਾ ਕਰਨ, ਇਹ ਰੋਡ ਮੈਪ ਦੇਣ, ਸਾਰੀਆਂ ਹੀ ਧਿਰਾਂ ਰੋਡ ਮੈਪ ਦੇਣ ਆਪੋ ਆਪਣੇ ਹਿਸਾਬ ਦੇ ਨਾਲ, ਕਿ ਜੇਕਰ ਉਹ ਪੰਜਾਬ ਦੇ ਲੋਕਾਂ ਨੂੰ 50% ਪਾਪੂਲੇਸ਼ਨ ਗੁਰਬਤ ਦੇ ਵਿੱਚ ਹੈ, ਉਹਨਾਂ ਨੂੰ ਸਹੂਲਤਾਂ ਦੀ ਜ਼ਰੂਰਤ ਹੈ, ਉਹਨਾਂ ਨੂੰ ਗਰੀਬੀ ਦੇ ਵਿੱਚੋਂ ਵੀ ਕੱਢ ਕੇ ਲੈ ਕੇ ਆਉਣਾਗਾ, ਰੋਜ਼ਗਾਰ ਵੀ ਦੇਣਾਗਾ, ਤੇ ਜਿਹੜੇ ਥੋੜੇ ਬਹੁਤੇ ਕਾਬਲ ਨੇ ਆਰਥਿਕ ਤੌਰ ਤੇ ਪਰਿਵਾਰ, ਤਾਂ ਉਹ ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਵਿਦੇਸ਼ਾਂ ਵੱਲ ਭੇਜ ਰਹੇ ਨੇ। ਤਾਂ ਉਹਨਾਂ ਹਾਲਾਤਾਂ ਦੇ ਵਿੱਚ ਸਥਿਰ ਕਰਨ ਦੇ ਲਈ ਸਾਰਾ ਕੁਝ ਰੋਡ ਮੈਪ ਕੀ ਆ ਸਾਰੀਆਂ ਧਿਰਾਂ ਕੋਲੇ, ਪਰ ਉਹ ਰੋਡ ਮੈਪ ਅੱਜ ਤੱਕ ਕਿਸੇ ਵੀ ਧਿਰ ਨੇ ਨਹੀਂ ਦਿੱਤਾ। ਨਾ ਕਾਂਗਰਸ ਨੇ ਦਿੱਤਾ ਉਹ ਰੋਡ ਮੈਪ, ਨਾ ਭਾਜਪਾ ਨੇ ਦਿੱਤਾ, ਨਾ ਅਕਾਲੀ ਦਲ ਨੇ ਦਿੱਤਾ, ਤੇ ਨਾ ਹੀ ਆਮ ਆਦਮੀ ਪਾਰਟੀ ਨੇ ਦਿੱਤਾ। ਸਿਰਫ ਵੱਖੋ ਵੱਖਰੇ ਮਾਡਲਾਂ ਦੀਆਂ ਗੱਲਾਂ ਹੋ ਰਹੀਆਂ, ਪਰ ਪੰਜਾਬ ਨੂੰ ਆਪਣੇ ਇੱਕ ਰੋਡ ਮੈਪ ਦੀ ਜ਼ਰੂਰਤ ਹੈ, ਜਿਸ ਰੋਡ ਮੈਪ ਤੇ ਚੱਲਦਿਆਂ ਪੰਜਾਬ ਨੂੰ ਆਰਥਿਕ ਸੰਕਟ ਦੇ ਵਿੱਚੋਂ ਕੱਢਿਆ ਜਾ ਸਕਦਾ ਹੈ। ਤਾਂ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਦੁਬਾਰਾ ਤੋਂ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਗਈ ਹੈ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਿਛਲੇ ਦਿਨੀ ਦਾਅਵਾ ਕੀਤਾ ਸੀ ਕਿ ਉਹਨਾਂ ਨੇ ਪਹਿਲਾਂ 9 ਰੁਪਏ ਫੁੱਟ ਰੇਤੇ ਦਾ ਰੇਟ ਕੀਤਾ ਦਰਿਆ ਤੋਂ ਭਰਨ ਦਾ, ਟਰਾਂਸਪੋਰਟ ਖਰਚੇ ਜਿਹੜੇ ਉਹ ਅਲੱਗ ਨੇ, ਪਰ ਉਹਦੇ ਬਾਅਦ ਉਹਨਾਂ ਨੇ ਕਿਹਾ ਕਿ ਹੁਣ ਮੈਂ 5.5 ਰੁਪਏ ਫੁੱਟ ਜਿਹੜਾ ਉਹ ਕਰ ਦਿੱਤਾ। 9 ਰੁਪਏ ਵਾਲਾ ਬਹੁਤ ਕਾਮਯਾਬ ਰਿਹਾ ਤਜਰਬਾ, ਤੇ ਇਸ ਕਰਕੇ ਹੁਣ 5.5 ਰੁਪਏ ਫੁੱਟ ਕਰ ਦਿੱਤਾ। ਤਾਂ 5.5 ਰੁਪਏ ਫੁੱਟ ਕਰਨ ਤੋਂ ਬਾਅਦ ਰੇਤ ਮਾਫੀਆ ਆਟੋਮੈਟਿਕ ਜਿਹੜਾ ਉਹ ਖਤਮ ਹੋ ਜਾਣਾਗਾ, ਤੇ ਲੋਕਾਂ ਨੂੰ ਸਸਤਾ ਰੇਤਾ ਜਿਹੜਾ ਉਹ ਮੁਹੱਈਆ ਹੋਣ ਲੱਗ ਜੂਗਾ। ਤੇ ਨਾਲੋਂ ਨਾਲ ਉਹਨਾਂ ਨੇ ਕਿਹਾ ਸੀ ਕਿ ਦਰਿਆ ਤੋਂ ਜਾ ਕੇ 5.5 ਰੁਪਏ ਦੇ ਹਿਸਾਬ ਦੇ ਨਾਲ ਜੋ ਮਰਜ਼ੀ ਜਾ ਕੇ ਆਪਣੀ ਟਰਾਲੀ ਜਿਹੜੀ ਉਹ ਭਰਵਾ ਲਿਆਵੇ, ਟਰੱਕ ਜਿਹੜਾ ਉਹ ਭਰਵਾ ਲਿਆਵੇ, ਟਰਾਂਸਪੋਰਟ ਦੇ ਖਰਚੇ ਵੱਖਰੇ ਨੇ। ਪਰ ਜ਼ਮੀਨੀ ਪੱਧਰ ਤੇ ਹਾਲਾਤ ਇਹ ਹੈ,
ਜਾਂ ਜਿਹੜੇ ਠੇਕੇਦਾਰ ਨੇ ਜਿਨ੍ਹਾਂ ਨੇ ਰੇਤ ਮਾਈਨਾਂ ਲਈਆਂ ਹੋਈਆਂ ਨੇ, ਤਾਂ ਉਹ ਠੇਕੇਦਾਰ ਸਰਕਾਰ ਦੇ ਇਸ ਫੈਸਲੇ ਤੋਂ ਖੁਸ਼ ਨਹੀਂ ਹੈ। ਨੰਬਰ 1 ਤੇ ਤਾਂ ਨੰਬਰ 2 ਤੇ ਰੇਤੇ ਦੀ ਸ਼ਾਰਟੇਜ ਵੀ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕਿ ਤੁਸੀਂ ਲੋਕਾਂ ਦੇ ਨਾਲ ਗੱਲਬਾਤ ਕਰੋ ਜਾਂ ਤੁਸੀਂ ਸੋਸ਼ਲ ਮੀਡੀਆ ਫਰੋਲ ਲਓ ਰੇਤੇ ਦੇ ਮਸਲੇ ਨੂੰ ਲੈ ਕੇ, ਤਾਂ ਤੁਹਾਨੂੰ ਵੱਖ-ਵੱਖ ਖੇਤਰਾਂ ਦੇ ਲੋਕ ਜ਼ਮੀਨੀ ਪੱਧਰ ਤੇ ਭਾਅ ਦੱਸ ਦੇਣਗੇ ਕਿ ਚੱਲਦਾ ਕੀ ਹੈ। ਤਾਂ ਉਹ ਭਾਅ ਜਿਹੜਾ ਹੈ ਉਹ ਮੁੱਖ ਮੰਤਰੀ ਸਾਹਿਬ ਦੇ ਦਾਅਵਿਆਂ ਦੇ ਨਾਲ ਮੇਲ ਨਹੀਂ ਖਾ ਰਿਹਾ। ਰੇਤੇ ਦੀ ਸ਼ਾਰਟੇਜ ਇੱਕ ਵਾਰ ਫਿਰ ਤੋਂ ਜਿਹੜੀ ਉਹ ਦਿਖਾਈ ਜਾ ਰਹੀ ਹੈ, ਤਾਂ ਉਹਨਾਂ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਮਜਬੂਰੀ ਵਸ ਮਹਿੰਗਾ ਰੇਤਾ ਜਿਹੜਾ ਉਹ ਲੈਣਾ ਹੀ ਪੈਣਾਗਾ। ਤੇ ਇਸ ਕਰਕੇ ਉਹਦੇ ਲਈ ਇੱਕ ਪੁਖਤਾ ਠੋਸ ਕਦਮਾਂ ਦੀ ਤੇ ਪੂਰੇ ਸਿਸਟਮ ਨੂੰ ਬਦਲਣ ਦੀ ਜ਼ਰੂਰਤ ਹੈ। ਤੇ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੇ ਵੀ ਅੱਜ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਉਹਦੇ ਨਾਲ ਸਹਿਮਤੀ ਪ੍ਰਗਟਾਈ ਹੈ ਕਿ 5.5 ਰੁਪਏ ਠੇਕੇਦਾਰੀ ਸਿਸਟਮ ਦੇ ਵਿੱਚ ਦਿੱਤਾ ਹੀ ਨਹੀਂ ਜਾ ਸਕਦਾ। ਤੁਸੀਂ ਜੋ ਮਰਜ਼ੀ ਭਾਅ ਜਿਹੜਾ ਤੈਅ ਕਰ ਦਿਓ, ਪਰ ਜ਼ਮੀਨੀ ਪੱਧਰ ਤੇ ਜਦੋਂ ਠੇਕੇਦਾਰ ਵਿੱਚ ਬੈਠਾਗਾ, ਮਾਈਨ ਜਿਹੜੀ ਉਹ ਠੇਕੇਦਾਰ ਦੇ ਹੱਥ ਆ, ਤਾਂ ਠੇਕੇਦਾਰ ਨੇ ਸ਼ਾਰਟੇਜ ਪੈਦਾ ਕਰ ਦੇਣੀ ਹੈ। ਤੇ ਜਦੋਂ ਸ਼ਾਰਟੇਜ ਪੈਦਾ ਕਰ ਦੇਣੀ ਹੈ ਤਾਂ ਕੰਸਟਰਕਸ਼ਨ ਦਾ ਕੰਮ ਜੋ ਕਰ ਰਿਹਾ ਉਹਨੇ ਰੋਕਣਾ ਤਾਂ ਹੈ ਨਹੀਂ ਅੱਧ ਵਿਚਾਲੇ, ਕਿਉਂਕਿ ਲੇਬਰ ਇਕੱਠੀ ਕਰਨੀ ਕੰਸਟਰਕਸ਼ਨ ਦੇ ਕੰਮ ਦੇ ਵਿੱਚ, ਜਿਹੜਾ ਬਾਕੀ ਸਮਾਨ ਹੈ ਉਹ ਇਕੱਠਾ ਕਰਨਾ, ਉਹ ਬੰਦਾ ਦੁਬਾਰੇ ਕਿੱਥੇ ਇਕੱਠਾ ਕਰੂਗਾ। ਤਾਂ ਇਹਨਾਂ ਹਾਲਾਤਾਂ 'ਚ ਮਜਬੂਰੀ ਵਸ ਮਾਰਕੀਟ ਦੇ ਵਿੱਚ ਮਹਿੰਗਾ ਰੇਤਾ ਜਿਹੜਾ ਹੈ ਲੋਕਾਂ ਨੂੰ ਲੈਣਾ ਪੈਂਦਾਗਾ। ਤਾਂ ਉਹਨਾਂ ਨੇ ਇੱਕ ਵਾਰ ਫਿਰ ਤੋਂ ਜਿਹੜਾ ਹੈ ਕਾਰਪੋਰੇਸ਼ਨ ਬਣਾਉਣ ਦੀ ਮੰਗ ਕੀਤੀ ਹੈ ਤੇ ਆਪਣੀ ਸਰਕਾਰ ਨੂੰ ਇਹੀ ਕਿਹਾ ਕਿ 2 ਪਹੀਏ ਨੇ, ਮੁੱਖ ਮੰਤਰੀ ਸਾਹਿਬ 1 ਪਹੀਆ, ਪੰਜਾਬ ਕਾਂਗਰਸ 1 ਪਹੀਆ, ਡਿਫਰੈਂਸ ਆਫ ਓਪੀਨੀਅਨ ਹੋ ਸਕਦੇ ਨੇ ਪਰ ਵਖਰੇਵੇਂ ਜਿਹੜੇ ਉਹ ਨਹੀਂ ਹੈਗੇ। ਤਾਂ ਇਹ 2 ਪਹੀਏ ਹੁਣ ਸਥਿਰ ਰੂਪ ਦੇ ਵਿੱਚ ਕੰਮ ਕਰਨਗੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ। ਪਰ ਨਾਲੋਂ ਨਾਲ ਉਹਨਾਂ ਨੇ ਇਹ ਸ਼ੰਕਾ ਜ਼ਰੂਰ ਖੜੀ ਕਰ ਦਿੱਤੀ ਹੈ ਕਿ ਠੇਕੇਦਾਰੀ ਸਿਸਟਮ ਦੇ ਵਿੱਚ 5.5 ਰੁਪਏ ਨਹੀਂ ਦਿੱਤਾ ਜਾ ਸਕਦਾ ਤੇ ਠੇਕੇਦਾਰੀ ਸਿਸਟਮ ਦੇ ਵਿੱਚ ਸਰਕਾਰ ਦੀ ਆਮਦਨ ਜਿਹੜੀ ਉਹ ਰੇਤੇ ਤੋਂ ਨਹੀਂ ਵੱਧ ਸਕਦੀ, ਕਿਉਂਕਿ ਸੁਭਾਵਨਾਵਾਂ ਇਹ ਹੈ ਕਿ ਸਰਕਾਰ 10-11 ਹਜ਼ਾਰ ਕਰੋੜ ਰੁਪਈਆ ਕਮਾ ਸਕਦੀ ਹੈ ਰੇਤੇ ਤੋਂ, ਪਰ ਉਹ ਨਹੀਂ ਕਮਾਇਆ ਜਾ ਰਿਹਾ ਕਿਉਂਕਿ ਇੱਕ ਪਰਚੀਆਂ ਤੇ ਟਰੱਕ ਚੱਲ ਰਹੇ ਨੇ, ਮਹਿੰਗਾ ਵੇਚਿਆ ਜਾ ਰਿਹਾ, ਸਰਕਾਰ ਨੂੰ ਚੂਨਾ ਜਿਹੜਾ ਲਾਇਆ ਜਾ ਰਿਹਾ ਹੈ। ਨੰਬਰ 2 ਤੇ ਪੋਲੀਟੀਕਲ ਲੀਡਰਸ਼ਿਪ ਇਸ ਕੰਮ ਦੇ ਵਿੱਚ ਇਨਵੋਲਵ ਹੈ, ਸਾਰੀਆਂ ਹੀ ਪਾਰਟੀਆਂ ਦੀ, ਸਾਰੀਆਂ ਧਿਰਾਂ ਦੇ ਕ੍ਰੈਸ਼ਰ ਜਿਹੜੇ ਲੱਗੇ ਹੋਏ ਨੇ। ਮੈਂ ਨਹੀਂ ਕਹਿੰਦਾ, ਇਹ ਕਾਂਗਰਸ ਪਾਰਟੀ ਦੇ ਬਾਘਾ ਪੁਰਾਣਾ ਤੋਂ ਵਿਧਾਇਕ ਜਿਹੜੇ ਨੇ ਦਰਸ਼ਨ ਸਿੰਘ ਬਰਾੜ, ਜਦੋਂ ਉਹਨਾਂ ਦਾ ਕ੍ਰੈਸ਼ਰ ਫੜਿਆ ਗਿਆ ਸੀ ਤਾਂ ਉਹਨਾਂ ਦੇ ਸਪੁੱਤਰਾਂ ਨੇ ਇਹ ਗੱਲ ਦਾ ਖੁਲਾਸਾ ਕੀਤਾ ਕਿ ਪੰਜਾਬ ਦੇ ਵਿੱਚ ਕ੍ਰੈਸ਼ਰ ਤਾਂ ਸਾਰੇ ਹੀ ਸਿਆਸੀ ਲੀਡਰਾਂ ਦੇ ਹੈਗੇ ਨੇ, ਕਿਹਦੇ ਫੜੋਗੇ ਤੇ ਕਿਹਦੇ ਰੋਕੋਗੇ। ਤੇ ਇਸ ਕਰਕੇ ਤੇਲੰਗਾਨਾ ਦੀ ਉਦਾਹਰਨ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੀ ਗਈ ਹੈ ਕਿ ਤੇਲੰਗਾਨਾ ਦੇ ਵਿੱਚ ਇੱਕ ਦਰਿਆ ਗਾ ਤੇ ਇੱਕ ਦਰਿਆ ਤੋਂ ਮੋਟੀ ਖਾਸੀ ਹਜ਼ਾਰਾਂ ਕਰੋੜ ਰੁਪਏ ਦੀ ਆਮਦਨ ਜਿਹੜੀ ਉਹ ਤੇਲੰਗਾਨਾ ਸਰਕਾਰ ਲੈਂਦੀ ਹੈ, ਕਿਉਂਕਿ ਚਿਪ ਸਿਸਟਮ ਦੇ ਥਰੂ ਗੌਰਮੈਂਟ ਕਾਰਪੋਰੇਸ਼ਨ ਬਣਾ ਕੇ ਰੇਤਾ ਵੇਚ ਰਹੀ ਹੈ। ਤੇ ਇਸ ਕਰਕੇ ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਕਿ ਜੇ ਪੰਜਾਬ ਦੇ ਲੋਕਾਂ ਨੂੰ ਸਸਤਾ ਰੇਤਾ ਮੁਹੱਈਆ ਕਰਵਾਉਣਾਗਾ ਤੇ ਸਸਤਾ ਰੇਤਾ ਪੰਜਾਬ ਦੇ ਲੋਕਾਂ ਨੂੰ ਦੇ ਕੇ ਤੇ ਪੰਜਾਬ ਸਰਕਾਰ ਦੀ ਆਮਦਨ ਹਜ਼ਾਰਾਂ ਕਰੋੜ ਰੁਪਏ ਦੇ ਵਿੱਚ ਲੈ ਕੇ ਜਾਣੀ ਹੈ ਰੇਤੇ ਤੋਂ, ਤਾਂ ਠੇਕੇਦਾਰੀ ਸਿਸਟਮ ਜਿਹੜਾ ਉਹ ਬਾਹਰ ਕਰਨਾ ਪਊਗਾ ਤੇ ਕਾਰਪੋਰੇਸ਼ਨ ਸਿਸਟਮ ਜਿਹੜਾ ਉਹ ਲਿਆਉਣਾ ਪਊਗਾ। ਇਸੇ ਤਰ੍ਹਾਂ ਸ਼ਰਾਬ ਦੀ ਗੱਲ ਹੈ ਕਿ ਅਸੀਂ ਸ਼ਰਾਬ ਵੇਚਣ ਦੇ ਹਮਾਇਤੀ ਨਹੀਂ, ਸ਼ਰਾਬ ਦੀ ਵਕਾਲਤ ਨਹੀਂ ਕਰਦੇ, ਪਰ ਜੇਕਰ ਸਰਕਾਰ ਨੇ ਸ਼ਰਾਬ ਵੇਚਣੀ ਹੈ ਤਾਂ ਸਰਕਾਰ ਕਾਰਪੋਰੇਸ਼ਨ ਸਿਸਟਮ ਰਾਹੀਂ ਵੇਚੇ, ਜਿਸ ਤਰ੍ਹਾਂ ਦਿੱਲੀ ਸਰਕਾਰ ਜਿਹੜੀ ਉਹ ਵੇਚਦੀ ਹੈਗੀ ਕਿ ਦਿੱਲੀ ਸਰਕਾਰ ਤੇ ਤੁਸੀਂ ਦੇਖਦੇ ਹੋ ਕਿ ਉਹਨਾਂ ਨੇ ਰਜਿਸਟਰ ਲੱਗੇ ਹੋਏ ਨੇ ਕਾਰਪੋਰੇਸ਼ਨ ਸਿਸਟਮ ਥਰੂ, ਐਂਟਰੀਆਂ ਹੁੰਦੀਆਂ ਨੇ ਹਰ ਚੀਜ਼ ਦੀਆਂ ਕਿ ਕਿਹੜੇ ਠੇਕੇ ਤੋਂ ਕਿੰਨੀ ਵਿਕਰੀ ਜਿਹੜੀ ਉਹ ਹੋਈ ਹੈਗੀ, ਤਾਂ ਉਹਦੇ ਨਾਲ ਸਰਕਾਰ ਦੀ ਆਮਦਨ ਜਿਹੜੀ ਉਹ ਵੱਧਦੀ ਹੈ। ਤਾਂ ਸਰਕਾਰ ਨੂੰ ਆਪਣੇ ਹੱਥਾਂ ਦੇ ਵਿੱਚ ਲੈਣਾ ਪਊਗਾ, ਠੇਕੇਦਾਰੀ ਸਿਸਟਮ ਚੋਂ ਬਾਹਰ ਲਿਆਉਣਾ ਪਊਗਾ, ਫੇਰ ਹੀ ਆਮਦਨ ਵੱਧ ਸਕਦੀ ਹੈ। ਤੇ ਬਾਹਰ ਨਾ ਆਉਣ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਸ਼ਰਾਬ ਦੇ ਧੰਦੇ ਦੇ ਵਿੱਚ ਵੀ ਪੋਲੀਟੀਸ਼ੀਅਨਸ ਨੇ ਮੈਕਸਿਮਮ, ਤੇ ਰੇਤੇ ਦੇ ਕ੍ਰੈਸ਼ਰਾਂ ਦੇ ਵਿੱਚ ਵੀ ਪੋਲੀਟੀਸ਼ੀਅਨ ਨੇ ਮੈਕਸਿਮਮ ਜਾਂ ਉਹਨਾਂ ਦੇ ਕਰੀਬੀ ਨੇ, ਤੇ ਇਸ ਕਰਕੇ ਉਹ ਠੇਕੇਦਾਰੀ ਸਿਸਟਮ ਚੱਲ ਰਿਹਾ ਤੇ ਸਰਕਾਰੀ ਖਜ਼ਾਨੇ ਨੂੰ ਚੂਨਾ ਤੇ ਇਹਦੇ ਨਾਲ ਲੱਗ ਰਿਹਾ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ ਕਿ ਲੋਕਾਂ ਨੂੰ ਸਸਤਾ ਸਮਾਨ ਵੀ ਮੁਹੱਈਆ ਹੋ ਸਕਦਾ ਤੇ ਆਮਦਨ ਵੀ ਸਰਕਾਰ ਦੀ ਜਿਹੜੀ ਉਹ ਵੱਧ ਸਕਦੀ ਹੈ। ਜੀ ਅਰਸ਼, ਹੁਣ ਆਪਾਂ ਗੱਲ ਕਰਦੇ ਹਾਂ ਕਿਸਾਨਾਂ ਦੀ, ਕਿਉਂਕਿ ਇਸ ਵਾਰ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜੋ ਫਸਲਾਂ ਦਾ ਰਕਮ ਹੈ ਜਾਂ ਅਦਾਇਗੀ ਹੈ ਉਹ ਸਿੱਧੀ ਕਿਸਾਨਾਂ ਦੇ ਖਾਤੇ ਵਿੱਚ ਪਏਗੀ, ਪਰ ਹੁਣ ਵੇਖਣ ਨੂੰ ਆ ਰਿਹਾ ਹੈ ਕਿ 70,000 ਕਿਸਾਨਾਂ ਦੀ ਜੋ ਪੇਮੈਂਟ ਹੈ ਉਹ ਰੁਕੀ ਹੋਈ ਹੈ, ਉਹਨਾਂ ਨੂੰ ਅਦਾਇਗੀ ਨਹੀਂ ਹੋਈ। ਆਖਿਰ ਮਾਮਲਾ ਕੀ ਹੈ ਇਹ? ਦੇਖੋ ਗੁਰਿੰਦਰ ਜੀ, ਆਪਾਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਅੱਗੇ ਸ਼ਰਤ ਰੱਖੀ ਗਈ ਸੀਗੀ ਪਿਛਲੀ ਹਾੜੀ ਦੀ ਫਸਲ ਸਮੇਂ ਕਿ ਹਾੜੀ ਦੀ ਫਸਲ ਅਸੀਂ ਪੁਰਾਣੇ ਸਿਸਟਮ ਦੇ ਅਧੀਨ ਜਿਹੜੀ ਉਹ ਖਰੀਦ ਲੈਂਦੇ ਆ, ਪਰ ਜਿਹੜੀ ਸਾਉਣੀ ਦੀ ਫਸਲ ਹੈ, ਝੋਨੇ ਦੀ ਫਸਲ ਹੈ, ਝੋਨੇ ਦੀ ਫਸਲ ਜਿਹੜੀ ਹੈ ਉਹ ਸਿੱਧੀ ਅਦਾਇਗੀ ਕਿਸਾਨਾਂ ਨੂੰ ਕਰਨੀ ਪਵੇਗੀ। ਪੈਸੇ ਜਿਹੜੇ ਉਹ ਆੜਤੀਆਂ ਦੇ ਥਰੂ ਕਿਸਾਨਾਂ ਕੋਲੇ ਨਹੀਂ ਜਾਣਗੇ, ਬਲਕਿ ਸਿੱਧੇ ਕਿਸਾਨਾਂ ਦੇ ਅਕਾਊਂਟ ਦੇ ਵਿੱਚ ਜਾਣਗੇ। ਤੇ ਨਾਲੋਂ ਨਾਲ ਇਹ ਸ਼ਰਤ ਰੱਖੀ ਗਈ ਕਿ ਜਿਹੜਾ ਜ਼ਮੀਨ ਦਾ ਰਿਕਾਰਡ ਹੈ, ਜ਼ਮੀਨ ਦਾ ਰਿਕਾਰਡ ਕਿਸਾਨ ਅਪਲੋਡ ਕਰਨਗੇ ਫਰਦਾਂ ਆਪਣੀਆਂ, ਤੇ ਉਹ ਅਪਲੋਡ ਕਰਨ ਤੋਂ ਬਾਅਦ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਸਿੱਧੇ ਪੈਸੇ ਜਿਹੜੇ ਉਹ ਆਉਣਗੇ। ਤਾਂ ਉਹ ਸਿਸਟਮ ਜਿੱਦੇ ਆਇਆ ਸੀ, ਆਪਾਂ ਉਸ ਦਿਨ ਵੀ ਉਹ ਗੱਲ ਕੀਤੀ ਸੀ ਕਿ ਪੰਜਾਬ ਦੇ ਵਿੱਚ
ਇਹ ਜਿਹੜਾ ਸੰਭਵ ਨਹੀਂ ਹੋਣਾ, ਕੋਈ ਨਾ ਕੋਈ ਪ੍ਰੋਬਲਮ ਜਿਹੜੀ ਉਹ ਫੇਸ ਕਰਨੀ ਪੈਣੀ ਹੈ, ਕਿਉਂਕਿ ਨੰਬਰ 1 ਤੇ ਤਾਂ ਪੰਜਾਬ ਦੇ ਵਿੱਚ NRIs ਨੇ, ਤਾਂ NRIs ਦੀਆਂ ਜ਼ਮੀਨ ਜਾਇਦਾਦਾਂ ਇੱਥੇ ਨੇ, ਉਹਨਾਂ ਦੀ ਜ਼ਮੀਨ ਕੋਈ ਠੇਕੇ ਤੇ ਪਾਉਂਦਾ, ਕੋਈ ਹਿੱਸੇ ਤੇ ਪਾਉਂਦਾਗਾ, ਤਾਂ ਉਹ ਜਿਹੜੀ ਪੋਜੀਸ਼ਨ ਆ ਉਹ ਪੈਦਾ ਹੋ ਸਕਦੀ ਹੈ। ਇਸ ਤੋਂ ਇਲਾਵਾ ਖਸਰਾ ਨੰਬਰ 1 ਹੈ, ਪਰਿਵਾਰ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਅੱਗੇ, ਤਾਂ ਸਰਕਾਰੀ ਰਿਕਾਰਡ ਦੇ ਵਿੱਚ ਜ਼ਮੀਨ ਨਹੀਂ ਵੰਡੀ ਗਈ ਹਲੇ, ਤਾਂ ਇਸ ਕਰਕੇ ਵੈਸੇ ਜ਼ਮੀਨ ਜਿਹੜੀ ਉਹ ਵੰਡੀ ਹੋਈ ਹੈ। ਤੇ ਕਈ ਪਰਿਵਾਰਾਂ ਦੇ ਆੜਤੀਏ ਵੀ ਜਿਹੜੇ ਅਲੱਗ-ਅਲੱਗ ਨੇ, ਤਾਂ ਜਦੋਂ ਆੜਤੀ ਅਲੱਗ-ਅਲੱਗ ਨੇ ਤੇ ਉੱਥੇ ਜਦੋਂ ਫਰਦਾਂ ਅਪਲੋਡ ਕਰਨ ਦੀ ਗੱਲ ਆਉਂਦੀ ਹੈ ਤਾਂ ਉਹ ਫਰਦਾਂ ਫਿਰ ਜਦੋਂ ਅਪਲੋਡ ਕੀਤੀਆਂ ਜਾਣਗੀਆਂ ਆੜਤੀਆਂ ਵੱਲੋਂ ਤਾਂ ਉਹ ਰੈੱਡ ਲਾਈਨ ਦੇ ਵਿੱਚ ਆਉਣੇ ਨੇ, ਸਰਕਾਰ ਨੂੰ ਸ਼ੰਕਾ ਜਿਹੜੀ ਉਹ ਖੜੀ ਹੋਣੀ ਹੈ। ਤਾਂ ਹੁਣ ਇਹ 70,000 ਕੇਸ ਜਿਹੜਾ ਦੱਸਿਆ ਜਾ ਰਿਹਾ, ਜਿਹਦੇ 'ਚ ਇਸ ਤਰ੍ਹਾਂ ਦੀ ਸਮੱਸਿਆ ਜਿਹੜੀ ਉਹ ਸਾਹਮਣੇ ਆਈ ਹੈਗੀ ਕਿ ਉਹਦੇ 'ਚ ਸਭ ਤੋਂ ਜ਼ਿਆਦਾ ਕੇਸ ਇਹੀ ਹੈ ਕਿ ਦੋ ਭਰਾ ਨੇ, ਦੋ ਭਰਾ ਅੱਡ-ਅੱਡ ਖੇਤੀ ਕਰਦੇ ਨੇ, ਸਰਕਾਰੀ ਰਿਕਾਰਡ 'ਚ ਜ਼ਮੀਨ ਇੱਕੋ ਨਾਂ ਗੀ, ਤਾਂ ਇਹਨਾਂ ਹਾਲਾਤਾਂ ਦੇ ਵਿੱਚ ਆੜਤੀਆਂ ਨੇ ਉਹ ਜ਼ਮੀਨ ਦੀ ਨਿਸ਼ਾਨਦੇਹੀ ਕਰਕੇ ਫਰਦਾਂ ਅਪਲੋਡ ਤਾਂ ਕਰਤੀਆਂ, ਪਰ ਜਦੋਂ ਅਪਲੋਡ ਕਰਤੀਆਂ ਤਾਂ ਖਸਰਾ ਨੰਬਰ ਮੈਚ ਕਰ ਰਿਹਾ ਦੋਵਾਂ ਦਾ, ਜ਼ਮੀਨ ਰਿਕਾਰਡ ਦੇ ਵਿੱਚ ਇੱਕੋ ਹੀ ਦਿਖਾ ਰਿਹਾ ਗਾ, ਤਾਂ ਉਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਕਿਸਾਨਾਂ ਦੀਆਂ ਪੇਮੈਂਟਾਂ ਜਿਹੜੀਆਂ ਉਹ ਰੁਕੀਆਂ ਹੋਈਆਂ ਨੇ। ਤੇ ਜਦੋਂ ਕਿਸਾਨਾਂ ਦੀਆਂ ਪੇਮੈਂਟਾਂ ਰੁਕੀਆਂ ਹੋਈਆਂ ਨੇ ਤਾਂ ਉੱਥੇ ਪੰਜਾਬ ਸਰਕਾਰ ਜਾਂ ਮੰਡੀ ਬੋਰਡ ਦਾ ਇਹ ਕਹਿਣਾ ਹੈ ਕਿ ਆੜਤੀਆਂ ਵੱਲੋਂ ਸ਼ਰਾਰਤ ਜਿਹੜੀ ਉਹ ਕੀਤੀ ਗਈ ਹੈ। ਉਹਨਾਂ ਨੇ ਆੜਤੀਆਂ ਨੂੰ ਬਲੇਮ ਜਿਹੜਾ ਕੀਤਾ ਇਸ ਮਾਮਲੇ ਦੇ ਵਿੱਚ ਕਿ ਹਰਿਆਣਾ ਦੇ ਵਿੱਚ ਖਰੀਦ ਘਟੀ ਹੈ, ਪਰ ਪੰਜਾਬ ਦੇ ਵਿੱਚ 170 ਲੱਖ ਮੈਟ੍ਰਿਕ ਟਨ ਦਾ ਟੀਚਾ ਕੇਂਦਰ ਸਰਕਾਰ ਨੇ ਮਿੱਥਿਆ ਸੀ, ਪਰ 185 ਲੱਖ ਮੈਟ੍ਰਿਕ ਟਨ ਝੋਨਾ ਜਿਹੜਾ ਪੰਜਾਬ ਦੇ ਵਿੱਚ ਖਰੀਦਿਆ ਜਾ ਚੁੱਕਿਆ ਗਾ, ਜਦਕਿ ਹਰਿਆਣਾ ਦੇ ਵਿੱਚ ਘੱਟ ਖਰੀਦਿਆ ਗਿਆ। ਤਾਂ ਪੰਜਾਬ ਸਰਕਾਰ ਇਹ ਸ਼ੰਕਾ ਖੜੇ ਕਰ ਰਹੀ ਹੈ ਕਿ ਆੜਤੀਆਂ ਵੱਲੋਂ ਜਾਣਬੁੱਝ ਕੇ ਇਦਾਂ ਨੰਬਰ ਅਪਲੋਡ ਕਰਕੇ ਜਿਹੜਾ ਹਰਿਆਣੇ ਦਾ ਝੋਨਾ ਉਹ ਪੰਜਾਬ ਦੇ ਵਿੱਚ ਵਿਕਵਾਇਆ ਗਿਆ ਹੈਗਾ। ਪਰ ਇਸ ਵਾਰ ਬਾਰਡਰਾਂ ਤੇ ਜਿਸ ਤਰ੍ਹਾਂ ਦੇ ਪ੍ਰਬੰਧ ਸੀਗੇ, ਜਿਸ ਤਰ੍ਹਾਂ ਦੇ ਸਖਤ ਨਿਰਦੇਸ਼ ਸੀਗੇ, ਤਾਂ ਇਹ ਸੰਭਾਵਨਾ ਘੱਟ ਹੈ ਕਿ ਪੰਜਾਬ ਦੇ ਵਿੱਚ ਇਸ ਵਾਰ ਜ਼ਿਆਦਾ ਝੋਨਾ ਬਾਹਰੋਂ ਆ ਕੇ ਵਿਕਿਆ ਹੋਵੇ। ਪਰ ਪਹਿਲਾਂ ਇਹ ਕਾਲਾ ਧੰਦਾ ਪੰਜਾਬ ਦੇ ਵਿੱਚ ਚੱਲਦਾ ਰਿਹਾ, ਇਹਦੇ ਤੋਂ ਵੀ ਦਰਕਨਾਰ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਪਰ ਸਵਾਲ ਇਹ ਹੈ ਕਿ ਗਲਤੀ ਮਾਲ ਮਹਿਕਮੇ ਦੀ ਹੈ, ਤਾਂ ਮਾਲ ਮਹਿਕਮੇ ਨੂੰ ਪਹਿਲਾਂ ਹੀ ਸਮੇਂ ਤੋਂ ਪਹਿਲਾਂ ਇਹ ਤਮਾਮ ਚੀਜ਼ਾਂ ਜਿਹੜੀਆਂ ਦਰੁਸਤ ਕਰਨੀਆਂ ਚਾਹੀਦੀਆਂ ਸੀਗੀਆਂ। ਸਿੱਧੀ ਅਦਾਇਗੀ ਦੀ ਹਾਮੀ ਜ਼ਮੀਨ ਰਿਕਾਰਡ ਦੇ ਨਾਲ ਕੇਂਦਰ ਸਰਕਾਰ ਨੂੰ ਭਰਨ ਤੋਂ ਪਹਿਲਾਂ, ਕਿਉਂਕਿ ਪੰਜਾਬ ਦੇ ਮੰਤਰੀਆਂ ਨੇ ਜਾ ਕੇ ਮੀਟਿੰਗ ਦੇ ਵਿੱਚ ਸਹਿਮਤੀ ਦਿੱਤੀ ਹੈ, ਤੇ ਮੀਟਿੰਗ ਦੇ ਵਿੱਚ ਸਹਿਮਤੀ ਤੋਂ ਬਾਅਦ ਹੀ ਜਿਹੜਾ ਇੰਪਲੀਮੈਂਟੇਸ਼ਨ ਇਹਦੀ ਹੋਈ ਹੈਗੀ, ਨਹੀਂ ਤਾਂ ਐਕਸਟੈਂਸ਼ਨ 1 ਸਾਲ ਦੀ ਹੋਰ ਮੰਗਣ ਦੇ ਲਈ ਦਬਾਅ ਜਿਹੜਾ ਉਹ ਬਣਾਇਆ ਜਾ ਸਕਦਾ ਸੀ, ਮੀਟਿੰਗ ਦਰ ਮੀਟਿੰਗ ਜਿਹੜੀ ਉਹ ਕੀਤੀ ਜਾ ਸਕਦੀ ਸੀ, ਪ੍ਰੈਸ਼ਰ ਬਿਲਡ ਕੀਤਾ ਜਾ ਸਕਦਾ ਸੀ, ਪਰ ਉਸ ਤਰ੍ਹਾਂ ਨਹੀਂ ਹੋਇਆ। ਤਾਂ ਹੁਣ ਜਿਹੜੇ ਇਹ 70,000 ਕੇਸ ਨੇ, ਇਹਨਾਂ 70,000 ਕੇਸਾਂ ਦੇ ਵਿੱਚ ਰੈੱਡ ਐਂਟਰੀ ਦੇ ਵਿੱਚ ਨਾਮ ਆ ਗਿਆ ਹੈਗਾ, ਕਿਸਾਨਾਂ ਦੀ ਪੇਮੈਂਟ ਨਹੀਂ ਆਈ, ਜ਼ਮੀਨ ਜਿਹੜੀ ਫਸਲ ਆ ਉਹ ਵੇਚ ਚੁੱਕੇ ਨੇ। ਤਾਂ ਉਹਨਾਂ ਹਾਲਾਤਾਂ ਦੇ ਵਿੱਚ ਕਿਸਾਨਾਂ ਨੇ ਹੁਣ ਆਪਣੀ ਅਗਲੀ ਫਸਲ ਵੀ ਬੀਜਣੀ ਹੈ। ਜੇ ਅਗਲੀ ਫਸਲ ਬੀਜਣੀ ਹੈ, ਜਿਹਦਾ ਲੈਣਾ ਦੇਣਾਗਾ ਉਹ ਵੀ ਦੇਣਾਗਾ, ਤੇ ਜਦੋਂ ਪੇਮੈਂਟ ਹੁਣ ਡਿਲੇ ਹੋਈ ਹੈ, ਲੇਟ ਹੋਈ ਹੈ, ਤਾਂ ਜਿਹੜੀ ਰਕਮ ਕਿਸਾਨਾਂ ਨੇ ਆਲਰੇਡੀ ਫੜੀ ਹੋਈ ਹੈ ਉਹਦਾ ਵਿਆਜ ਵੀ ਪੈਣਾਗਾ, ਤੇ ਜਦੋਂ ਤੱਕ ਉਹ ਰਕਮ ਕਲੀਅਰ ਨਹੀਂ ਹੁੰਦੀ ਤਾਂ ਅਗਲੀ ਫਸਲ ਦੇ ਲਈ ਕਰਜ਼ਾ ਉਹ ਕਿਵੇਂ ਚੁੱਕਣਗੇ, ਤੇ ਘਰ ਦੇ ਜਿਹੜੇ ਬਾਕੀ ਖਰਚੇ ਚਲਾਉਣੇ ਨੇ, ਕੰਮਕਾਜ ਚਲਾਉਣੇ ਨੇ, ਤਾਂ ਉਹ ਵੀ ਔਖੇ ਨੇ। ਤਾਂ ਇਹਨਾਂ ਹਾਲਾਤਾਂ 'ਚ ਇਹੀ ਹੈ ਕਿ ਸਰਕਾਰ ਨੂੰ ਦੋ ਅਹਿਮ ਮੁੱਦੇ ਇਸ ਸਮੇਂ ਹੱਲ ਕਰਨ ਦੀ ਜ਼ਰੂਰਤ ਹੈ। ਇੱਕ ਤਾਂ ਇਹ ਮਸਲਾ ਹੱਲ ਕਰਨ ਦੀ ਜ਼ਰੂਰਤ ਹੈ ਕਿ ਕਿਸਾਨਾਂ ਦੀ ਪੇਮੈਂਟ ਦਰੁਸਤ ਹੋਵੇ, ਰਿਕਾਰਡ ਦਰੁਸਤ ਕੀਤੇ ਜਾਣ। ਇਸ ਤੋਂ ਇਲਾਵਾ ਜਿਹੜੀ DAP ਖਾਦ ਦੀ ਘਾਟ ਹੈਗੀ ਕਿ ਪੰਜਾਬ ਦੇ ਵਿੱਚ ਆਲੂ ਦੀ ਫਸਲ ਦੀ ਬਿਜਾਈ ਹੋ ਰਹੀ ਹੈ ਤੇ ਕਣਕ ਦੀ ਫਸਲ ਦੀ ਬਿਜਾਈ ਸ਼ੁਰੂ ਹੋ ਜਾਣੀ ਹੈਗੀ, ਤਾਂ ਆਲੂ ਵਾਲਿਆਂ ਨੂੰ ਤਾਂ DAP ਅੱਜ ਚਾਹੀਦੀ ਹੈ। ਤਾਂ ਉਹਨਾਂ ਹਾਲਾਤਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਪ੍ਰਾਈਵੇਟ ਖਾਦ ਵਿਕਰੇਤਾ ਨੇ, ਉਹਨਾਂ ਵੱਲੋਂ ਮਹਿੰਗੇ ਭਾਅ ਤੇ ਦਿੱਤੀ ਜਾ ਰਹੀ ਹੈ DAP ਕਿਸਾਨਾਂ ਨੂੰ, ਜਾਂ 1-2 ਥਾਵਾਂ ਤੇ ਨਕਲੀ DAP ਵੀ ਫੜੀ ਗਈ ਹੈ। ਇਸ ਤੋਂ ਇਲਾਵਾ ਇਹ ਕਿਹਾ ਜਾ ਰਿਹਾ ਕਿ ਨਾਲ ਤੁਹਾਨੂੰ ਆਹ ਚੀਜ਼ ਜਿਹੜੀ ਖਰੀਦਣੀ ਪਊਗੀ, ਆਹ ਪੈਸਟੀਸਾਈਡ ਖਰੀਦਣਾ ਪਊਗਾ, ਫਿਰ DAP ਤੁਹਾਨੂੰ ਦੇਵਾਂਗੇ। ਤਾਂ ਉਹਨਾਂ ਦੇ 5-10 ਦੇ ਤਾਂ ਲਾਇਸੈਂਸ ਜਿਹੜੇ ਉਹ ਕੈਂਸਲ ਕੀਤੇ ਨੇ ਪੰਜਾਬ ਸਰਕਾਰ ਨੇ, ਪਰ ਇਹ ਸਖਤੀ ਦੇ ਨਾਲ ਹੋਰ ਕਦਮ ਚੱਕਣ ਦੀ ਜ਼ਰੂਰਤ ਹੈ ਕਿ ਸਖਤੀ ਵਰਤੀ ਜਾਵੇ ਤੇ DAP ਦੀ ਸਪਲਾਈ ਜਿਹੜੀ ਉਹ ਯਕੀਨੀ ਬਣਾਈ ਜਾਵੇ ਕਿ ਕਿਸਾਨਾਂ ਨੂੰ ਕਣਕ ਦੀ ਫਸਲ ਬੀਜਣ ਸਮੇਂ ਖੱਜਲ ਖਵਾਰ ਨਾ ਹੋਣਾ ਪਵੇ, ਕਿਉਂਕਿ ਆਲੂ ਕਾਸ਼ਤਕਾਰ ਜਿਹੜੇ ਨੇ ਉਹ ਥੋੜੇ ਨੇ ਤੇ ਉਹ ਚੰਗੇ ਕਿਸਾਨ ਨੇ, ਵੱਡੇ ਕਿਸਾਨ ਨੇ, ਤੇ ਇਸ ਕਰਕੇ ਉਹਨਾਂ ਦਾ ਤਾਂ ਸਰ ਗਿਆ ਹਲੇ ਤੱਕ। ਬੇਸ਼ੱਕ ਧੱਕੇ ਤਾਂ ਉਹਨਾਂ ਨੂੰ ਵੀ ਖਾਣੇ ਪਏ DAP ਲੈਣ ਵਾਸਤੇ, ਪਰ ਜਿਹੜੀ ਕਣਕ ਦੀ ਬਿਜਾਈ ਵਾਲੇ ਆ ਉਹ ਇੱਕ ਵੱਡਾ ਹਿੱਸਾ ਗਾ, ਉਹ ਪੰਜਾਬ ਦੀ ਬਾਕੀ ਲਗਭਗ 90% ਕਿਸਾਨੀ ਹੈ ਜਿਹਨੇ ਕਣਕ ਬੀਜਣੀ ਆ, ਤੇ ਇਸ ਕਰਕੇ ਉਹਨਾਂ ਨੂੰ ਧੱਕੇ ਨਾ ਖਾਣੇ ਪੈਣ। ਇਹਦੇ ਲਈ ਬੇਸ਼ੱਕ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਹੈ, ਪਰ ਹਲੇ ਤੱਕ ਸਪਲਾਈ ਜਿਹੜੀ ਹੈ ਉਹ ਪੂਰੀ ਦਰੁਸਤ ਨਹੀਂ ਹੋਈ, ਪੂਰੀ DAP ਮਾਰਕੀਟ 'ਚ ਨਹੀਂ ਆਈ, ਤੇ ਹਾਹਾਕਾਰ ਮੱਚੀ ਹੋਈ ਹੈ। ਤੇ ਪੈਸਟੀਸਾਈਡ ਵੇਚਣ ਵਾਲੇ ਜਿਹੜੇ ਨੇ ਉਹਨਾਂ ਵੱਲੋਂ DAP ਖਾਦ ਦੇ ਨਾਂ ਤੇ ਕਿਸਾਨਾਂ ਤੋਂ ਸ਼ਰਤਾਂ ਕਈ ਕਿਸਮ ਦੀਆਂ ਬਣਵਾਈਆਂ ਜਾ ਰਹੀਆਂ ਨੇ, ਨਾਲ ਕੁਝ ਸਮਾਨ ਦਿੱਤਾ ਜਾ ਰਿਹਾ, ਮਹਿੰਗੀ ਦਿੱਤੀ ਜਾ ਰਹੀ ਹੈ।
ਤਾਂ ਉਹਨਾਂ ਦੇ ਲਾਇਸੈਂਸ ਰੱਦ ਕਰਨ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਉਹਨੂੰ ਸਖਤੀ ਦੇ ਨਾਲ ਇੰਪਲੀਮੈਂਟ ਕੀਤਾ ਜਾਵੇ ਸਰਕਾਰ ਵੱਲੋਂ। ਤੇ ਨਾਲੋਂ ਨਾਲ ਜਿਹੜਾ ਅਦਾਇਗੀ ਦਾ ਮਸਲਾ ਗਾ ਇਹਨੂੰ ਵੀ ਦਰੁਸਤ ਜਿਹੜਾ ਉਹ ਕਰ ਲੈਣਾ ਚਾਹੀਦਾ ਹੈ ਕਿ ਅਗਲੀ ਫਸਲ ਤੱਕ ਅਜੇ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ, ਕਿਉਂਕਿ ਕਿਸਾਨ ਪਹਿਲਾਂ ਹੀ ਆਰਥਿਕ ਤੌਰ ਤੇ ਕਮਜ਼ੋਰ ਹੈ, ਉਹਦਾ ਸਰਕਲ ਪਹਿਲਾਂ ਹੀ ਮਸਾਂ ਰਿੜ ਰਿਹਾ ਹੈਗਾ ਤੇ ਜੇ ਐਸੀ ਖੜੋਤ ਆਉਂਦੀ ਹੈ ਤਾਂ ਉਹਦਾ ਪੂਰਾ ਸਿਸਟਮ ਜਿਹੜਾ ਉਹ ਹਿੱਲ ਜਾਂਦਾ ਹੈਗਾ, ਆਰਥਿਕ ਢਾਂਚਾ ਜਿਹੜਾ ਉਹ ਗੜਮੜਾ ਜਾਂਦਾ ਹੈਗਾ।